अस्सलाम वालेकुम नाजरीन, आज मैं अवाम के बीच मौजूद हूँ और अवाम से जानते हैं कि वो किस कदर परेशान हैं और किस कदर उनको तंगी वो किस कदर तंग है और किस कदर तंगी का शिकार हैं कि इतने बुरे हालात हो चुके हैं उनके कि टूल प्लाजे वाले उनको इतना तंग कर रहे हैं, इतना तंग कर के उनका पहले ही गुजारा नहीं हो रहा और ऊपर से इनके टैक्सेस इतने बढ़ाने की वजह से उनका गुजारा बिल्कुल ही दुश्वार हो गया है। तो अवाम से जानते हैं अवाम किस कदर तंग है। अस्सलाम वालेकुम जी। वालेकुम सलाम जी। जी जनाब, ਤੁਸੀਂ ਸਾਨੂੰ ਥੋੜਾ ਜਿਹਾ ਦੱਸੋ ਕਿ ਮਤਲਬ ਤੁਸੀਂ ਪਰਚੀਆਂ ਹੱਥ 'ਚ ਪਕੜੀਆਂ ਨੇ, ਕੀ ਹਿਸਾਬ ਕਿਤਾਬ ਇਹਦਾ? ਸਰ ਜੀ 300 ਰੁਪਏ ਦਾ ਫੇਰਾ ਭਰ ਕੇ ਜਾਈਦਾ ਤੇ 70 ਰੁਪਏ ਤਾਂ ਲੱਡਾ ਦੇਈਦਾ। 50 ਰੁਪਏ ਟੂਲ ਪਲਾਜ਼ੇ ਵਾਲੇ ਲੈ ਲੈਂਦੇ ਨੇ, ਠੀਕ ਹੈ। 50 ਰੁਪਏ ਸਾਨੂੰ ਬਚਦੇ ਨੇ, ਠੀਕ ਹੈ। ਤੇ ਬਾਲ ਬੱਚੇਦਾਰ ਆ, ਠੀਕ ਹੈ। ਗੈਸ ਵਾਲੀ ਦੀ ਹੈ ਵੱਖਰੀ ਤੇ ਬਹੁਤ ਜ਼ਿਆਦਾ ਪਰੇਸ਼ਾਨ ਆ, ਠੀਕ ਹੈ। ਹਰ ਫੇਰੇ 50 ਨੇ ਤੇ ਆਉਣ ਦੇ ਵੀ 50, ਜਾਣ ਦੇ ਵੀ 50, ਠੀਕ ਹੈ। ਇਹ ਤਾਂ ਮਤਲਬ 3 ਕਿਲੋਮੀਟਰ 4 ਕਿਲੋਮੀਟਰ ਸਫ਼ਰ ਹੈ, ਇਥੋਂ ਦੇ ਹੀ ਰਾਸ਼ੀ ਆ, ਠੀਕ ਹੈ। ਤੇ ਸਰਾਸਰ ਜ਼ਿਆਦਤੀ ਹੈ, ਠੀਕ ਹੈ। ਤੇ ਲਿਹਾਜ਼ਾ ਜਿਹੜਾ ਨਾ ਕੋਈ ਸਾਡਾ ਸੋਚਿਆ ਜਾਏ। ਟੂਲ ਪਲਾਜ਼ਿਆਂ ਤੇ ਐਵੇਂ ਨਾ ਅਕਸਰ ਸਿਰਫ 4 ਟਾਇਰਾਂ ਵਾਲੀ ਗਾੜੀ ਦਾ ਟੈਕਸ ਕੱਟਿਆ ਜਾਂਦਾ, ਤੁਹਾਡਾ ਤਿੰਨ ਟਾਇਰ ਨੇ ਤੁਹਾਡੀ ਗਾੜੀ ਤੇ ਫਿਰ ਵੀ ਤੁਹਾਡਾ ਟੈਕਸ ਹੋ ਰਿਹਾ। ਹਾਂਜੀ ਭਾਈ 50 ਰੁਪਏ ਹਰ ਫੇਰੇ ਉਹ ਲੈ ਰਹੇ ਨੇ। ਉਹਨਾਂ ਦਾ ਤਰਲਾ ਵੀ ਮਾਰਿਆ, ਸਾਰਾ ਕੁਝ ਕੀਤਾ, ਪਰ ਉਹ ਆਂਦੇ ਨੇ ਨਹੀਂ ਜੀ ਇਹ ਤੁਹਾਂ ਦੇਣਾ ਹੀ ਦੇਣਾ, ਠੀਕ ਹੈ। ਸਾਰਿਆਂ ਨੂੰ ਆਖਿਆ ਭਾਈ, ਕੋਈ ਬੰਦਾ ਨਹੀਂ ਸਾਡੀ ਸੁਣ ਰਿਹਾ, ਠੀਕ ਹੈ। ਤੇ ਇਸ ਤੋਂ ਜਿਹੜਾ ਨਾ ਅੱਕ ਕੇ ਤੁਹਾਨੂੰ ਸੱਦਿਆ ਤੇ ਮਿਹਰਬਾਨੀ ਹੈ। ਕਿਸੇ ਪਾਸੇ ਨਹੀਂ ਹੈ ਏਡੇ ਏਡੇ ਵੱਡੇ ਟੂਲ ਪਲਾਜ਼ੇ ਨੇ, ਠੀਕ ਹੈ। ਕਿਸੇ ਪਾਸੇ ਆ 3 ਟਾਇਰੀ ਨੂੰ ਟੂਲ ਪਲਾਜ਼ਾ ਨਹੀਂ ਹੈ। ਵਾਹ ਦਾ ਰੋਡ ਬਣਿਆ, ਠੀਕ ਹੈ। ਬਣ ਗਿਆ ਤੇ ਸਾਡੇ ਵਾਸਤੇ ਮੁਸੀਬਤ ਹੈ। ਤੁਸੀਂ ਕਿਸੇ ਨੂੰ ਕੰਪਲੇਨ ਕੀਤੀ ਤੇ ਕਿਸੇ ਨੇ ਐਕਸ਼ਨ ਲਿਆ ਸੀ? ਕਿਸੇ ਨੇ ਭਾਈ ਐਕਸ਼ਨ ਲਿਆ। ਹਰ ਬੰਦਾ ਇਹ ਗੱਲ ਆਂਦਾ ਕਿ ਤੁਸੀਂ ਇੰਜ ਕਰ ਲਓ, ਕੋਈ ਆਂਦਾ ਇੰਨੇ ਪੈਸੇ ਲੱਗਣੇ ਨੇ, ਕੋਈ ਆਂਦਾ ਇੰਨੇ ਪੈਸੇ ਲੱਗਣੇ ਨੇ। ਅਸੀਂ ਰਕਸ਼ਿਆਂ ਵਾਲੇ 10-10 ਰੁਪਏ ਇਕੱਠੇ ਕਰਨੇ ਆ, ਅਸੀਂ ਪੈਸੇ ਕਿੱਥੋਂ 5-7 4 ਲੱਖ ਲਾਣਾ ਹੈ। ਜੀ ਤੁਸੀਂ ਵੀ ਇੱਥੇ ਮੌਜੂਦ, ਤੁਹਾਡਾ ਵੀ ਇਹੀ ਮਸਲਾ, ਮਤਲਬ ਟੈਕਸ ਵਗੈਰਾ ਤੁਹਾਡਾ ਵੀ ਕੱਟਿਆ ਜਾ ਰਿਹਾ ਇਹ ਹੀ ਮਸਲਾ ਸਾਡਾ। ਤੇ ਮਤਲਬ ਤੁਸੀਂ ਇੱਥੇ ਕੋਈ ਇੰਤਜ਼ਾਮੀਆ ਵਗੈਰਾ ਨੂੰ ਕੋਈ ਸ਼ਿਕਾਇਤ ਵਗੈਰਾ ਨਹੀਂ ਕੀਤੀ? ਸ਼ਿਕਾਇਤ ਕਿਹਨੂੰ ਕਰੀਏ? ਇੱਥੇ ਸਾਰੇ ਆਪਣੀ ਆਪਣੀ ਨੂੰ ਪਏ ਨੇ। ਮਤਲਬ ਇੱਥੇ ਕਿਸੇ ਕੋਈ ਬੰਦਾ ਨਹੀਂ ਇੱਥੇ ਆਇਆ ਤੁਹਾਡੀ ਸੁਣਨ ਵਾਸਤੇ? ਜੇ ਇਹ ਟੂਲ ਪਲਾਜ਼ੇ ਕੋਈ ਬੰਦਾ ਨਹੀਂ ਆਇਆ। ਕੋਈ ਬੰਦਾ ਨਹੀਂ ਆਇਆ? ਨਹੀਂ ਕੋਈ। ਤੇ ਇਹ ਟੂਲ ਪਲਾਜ਼ੇ ਨੇ ਕਿਸ ਵਜ੍ਹਾ ਤੋਂ, ਮਤਲਬ ਤੁਹਾਡਾ ਤਿੰਨ ਟਾਇਰ ਵਾਲੀ ਗਾੜੀ ਨੂੰ ਤਾਂ ਟੈਕਸ ਲੱਗਦਾ ਹੀ ਨਹੀਂ? ਪਤਾ ਨਹੀਂ, ਇਹ ਹੁਣ ਟੂਲ ਪਲਾਜ਼ੇ ਵਾਲਿਆਂ ਨੂੰ ਪੁੱਛਣਾ ਚਾਹੀਦਾ ਨਾ। ਤੇ ਜਿਹੜੀ ਉਹਨਾਂ ਤੁਹਾਨੂੰ ਪਰਚੀ ਦਿੱਤੀ ਉਹਦੇ ਤੇ ਕੋਈ ਮਤਲਬ ਮੋਹਰ ਵਗੈਰਾ ਕੋਈ ਸ਼ੈ ਨਹੀਂ ਲੱਗੀ। ਇਹ ਚੈੱਕ ਕਰ ਸਕਦੇ ਹੋ, ਇਹ ਪਰਚੀ ਦਿੱਤੀ ਹੈ ਸਾਨੂੰ ਉਹਨਾਂ। ਇਹਦੇ ਤੇ कोई घूमत नहीं, कोई शय नहीं आया, तुम चेक कर सकते। तो जैसा कि नाज़रीन आप देख सकते हैं कि ये पर्ची जो मेरे भाई ने मुझे दिखाई है, इसके ऊपर ना तो हुकूमत की मोहर लगी हुई है और ना ही टूल प्लाजा वगैरह को कोई इनका कॉपीड सिस्टम हो या कंप्यूटराइज सिस्टम हो, ऐसा कोई इधर सीन नहीं चल रहा। तो मेरे ख्याल से कि यहाँ पर बिल्कुल सरासर इनके साथ ज़्यादती हो रही है और इनके जो भी टैक्सेस काटे जा रहे हैं वो सरासर नाजायज़ हैं। और भी लोगों से जानते हैं कि वो किस कदर परेशान हैं। सर 2-4 किलोमीटर का सफ़र है तो आने जाने का 70 रुपये अड्डा देते हैं, 100 रुपये टूल प्लाजा पड़ता है आने जाने का। तो सर जाती है, किसी पास टूल प्लाजा नहीं है सर। यहाँ टूल प्लाजा पड़ता है सानू, यहाँ कोई टूल प्लाजा नहीं पड़ता है। सानू टूल प्लाजा ज़्यादा माफ़ कर किया जाए। तो आपके यहाँ पे कितने फेरे लग जाते हैं दिन के? सर 3 फेरे लगते हैं, 3 फेरे सर जेडी में 3 फेरे लगते 3 फेरे लगते हैं। तो खर्चा भी करते हैं, गैस भी पानी है, अड्डे वाले को देते हैं। तो 2 मरतबा आपका यहाँ पे टैक्स काटा जाता है? हाँ 2 मरतबा 3 मरतबा। महंगाई की वजह से पहले ही मतलब इंसान की रोजी रोटी तंग हो गया, ऊपर से ये टैक्सेस आपके अलग लग गए। हाँ बिल्कुल। अच्छा चाचा जी, ਤੁਸੀਂ ਵੀ ਹੱਥ 'ਚ ਪਰਚੀ ਪਕੜੀ, ਤੁਸੀਂ ਵੀ ਰਿਕਸ਼ਾ ਚਲਾਉਂਦੇ ਹੋ? ਹਾਂਜੀ ਰਿਕਸ਼ਾ ਚਲਾਉਂਦੇ ਹਾਂ। ਅੱਛਾ, ਕਿੰਨੀ ਦਿਹਾੜੀ ਲੱਗ ਜਾਂਦੀ ਹੈ? 200-300 ਦਾ ਫੇਰਾ ਹੁੰਦਾ, 50 ਰੁਪਏ ਜਾਂਦਿਆਂ ਲੱਗ ਜਾਂਦੇ ਨੇ, 50 ਰੁਪਏ ਆਉਂਦਿਆਂ ਲੱਗ ਜਾਂਦੇ ਨੇ। ਇਹ ਟੂਲ ਪਲਾਜ਼ਾ ਤੇ ਹੈ ਹੀ ਨਹੀਂ ਇੱਥੇ ਤਾਂ। ਲਾਹੌਰ ਟਿਕਟ ਲੱਗੇ ਜੋ ਕਿਸੇ ਪਾਸੇ ਨਹੀਂ ਟੂਲ ਪਲਾਜ਼ਾ ਹੈ 3 ਟਾਇਰੀ ਗੱਡੀ ਨੂੰ। ਇਹ ਪਰਚੀ ਦਿੰਦੇ ਨੇ, ਨਕਲੀ ਪਰਚੀ ਹੈ, ਪਤਾ ਨਹੀਂ ਕੀ ਇਹਦੇ ਤੇ ਹੈ ਤੇ ਕੀ ਨਹੀਂ ਹੈ। ਇਹ ਲਿਹਾਜ਼ਾ ਖਤਮ ਕੀਤਾ ਜੇ 3 ਟਾਇਰੀ ਗੱਡੀ ਨੂੰ ਟੂਲ ਪਲਾਜ਼ਾ ਹੈ ਹੀ ਕੋਈ ਨਹੀਂ। ਅੱਗੇ ਹੀ ਇੰਨੀ ਮਹਿੰਗਾਈ ਹੈ ਕਿ ਜਿਹੜਾ ਹਿਸਾਬ ਹੀ ਕੋਈ ਨਹੀਂ। ਬੰਦਾ ਟੁੱਕਰ ਵਰਕੀ ਰਾਤ ਨੂੰ 10-10 ਰੁਪਏ ਇਕੱਠੇ ਕਰੀਦੇ ਨੇ। 50 ਜਾਂਦਿਆਂ ਲੱਗ ਜਾਂਦੇ ਨੇ, 50 ਆਉਂਦਿਆਂ ਲੱਗ ਜਾਂਦੇ। ਉਹਦੇ ਵਿੱਚ ਤੇਲ ਲਾ ਲਵੋ, ਕੋਈ ਪੈਂਚਰ ਹੋ ਜਾਂਦਾ, ਇਸ ਤਰ੍ਹਾਂ ਕਰਕੇ ਕੀ ਬਚਦਾ। ਮਗਰ ਅੱਡਾ ਵੀ ਦੇਈਦਾ, 70 ਰੁਪਏ ਅੱਡਾ ਦੇਈਦਾ। 70 ਰੁਪਏ ਅੱਡਾ ਵੀ ਦਿੰਦੇ ਹੋ? ਆਹੋ, ਇਹ ਪਰਚੀ ਸਾਡੇ ਕੋਲ ਹੀ ਵੇਖ ਲਵੋ। 50 ਰੁਪਏ ਜਾਣ ਤੇ 50 ਰੁਪਏ ਆਉਣ। ਮਤਲਬ 70 ਰੁਪਏ ਤੁਸੀਂ ਅੱਡਾ ਵੀ ਦਿੰਦੇ ਹੋ ਤੇ 50 ਰੁਪਏ ਜਾਂ 100 ਰੁਪਏ ਤੁਹਾਡਾ ਟੂਲ ਪਲਾਜ਼ਾ ਦਾ ਟੈਕਸ ਆ ਗਿਆ, ਦੂਸਰੇ ਖਰਚੇ 200 ਦਾ ਆ ਗਿਆ, ਤੇ ਬਕਾਇਆ ਤੁਹਾਨੂੰ ਬਚਦਾ ਕੀ ਹੈ? ਕੱਖ ਵੀ ਨਹੀਂ ਬਚਦਾ। 10-10 ਰੁਪਏ ਸ਼ਾਮ ਨੂੰ ਇਕੱਠੇ ਕਰਦੇ, ਬੱਚਿਆਂ ਦੀ ਰੋਟੀ ਕਿੱਥੋਂ ਕਮਾ ਕੇ ਖਾਣੀ। ਅੱਛਾ, ਫਿਰ ਹੁਣ ਤੁਸੀਂ ਕੀ ਪੈਗਾਮ ਦੇਣਾ ਚਾਹ ਰਹੇ ਹੋ? ਇਸ ਗੱਡੀ ਦਾ ਟੂਲ ਪਲਾਜ਼ਾ ਜਿਹੜਾ ਨਾ ਖਤਮ ਹੋਣਾ ਚਾਹੀਦਾ। 3 ਟਾਇਰੀ ਗੱਡੀ ਨੂੰ ਹੈ ਹੀ ਨਹੀਂ ਕਿਤੇ ਟੂਲ ਪਲਾਜ਼ਾ। ਲਾਹੌਰ ਲੱਗੇ ਜਾਂ ਕਿਸੇ ਸ਼ਹਿਰ 'ਚ ਵੀ ਲੱਗੇ ਜਾਂ ਕਿਤੇ ਵੀ ਨਹੀਂ ਹੈ। वज़ीर आज़म को पैगाम है
ये रश्का चांद गाड़ी चलाते हैं असी टूल प्लाजा 100 रुपया लेते हैं, जाते 50 आते 70 रुपये अड्डा लेते हैं, 2-3 चक्कर लगाते हैं, 300-400 रुपया सारा बचता है। तो गरीब आदमी है, कहाँ जाएं हम, रोजी से हम तंग आ गए हैं। महंगाई तो पहले ही काफ़ी ज़्यादा हो चुकी है। महंगाई से इंसान की कमर इतनी तंग हो गया कि इंसान अपना गुजर बसर करने से भी कासिर है, तो ऊपर से आप पे ये टूल प्लाजे का टैक्स वगैरह उन्होंने लगा दिया है। तो अब आप क्या पैगाम देना चाह रहे हैं इंतज़ामिया को? इंतज़ामिया ये टैक्स ख़त्म करे या कोई और लाहे अमल इख्तियार किया जाए? वज़ीर आज़म सिफारिश है हमारी, मेहरबानी की जाए, ये टूल प्लाजा ना रश्के पे ख़त्म किया जाए। जी अंकल जी, तुसी हाथ च पर्ची पकड़ी, ਤੁਹਾਡੀ ਵੀ ਇੱਕ ਪਰਚੀ ਕੱਟੀ ਹੁਣ ਉਹਨਾਂ ਨੇ ਆਂਦੇ ਹਾਂਜੀ ਤੇ 50 ਰੁਪਏ ਲੈਂਦੇ ਨੇ ਪਰਚੀ ਦੇ ਆਂਦੇ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਪਰਚੀ ਕਿਸ ਵਜ੍ਹਾ ਤੋਂ ਕੱਟਦੇ ਪਏ ਹੋ ਤੁਸੀਂ? ਗੁਜ਼ਾਰਿਸ਼ ਹੈ ਕਿ ਬੜੀ ਗੱਡੀ ਜਾਂਦੀ ਏ, ਇਹ ਸੜਕ ਨਹੀਂ ਬਣੀ ਸਾਡੇ ਵਾਸਤੇ, ਅਜ਼ਾਬ ਬਣ ਗਿਆ ਹੈ। ਤੇ ਲਿਆਦਾ ਅੱਗੇ ਟੁੱਟੀ ਸੜਕ ਹੀ, ਉਦੋਂ ਵੀ ਅਸੀਂ ਗੁਜ਼ਾਰਾ ਕਰ ਲੈਂਦੇ ਰਹੇ ਹਾਂ। ਹੁਣ ਵੀ ਇਹ ਸੜਕ ਪੁੱਟ ਲੈਣੇ ਤੋਂ ਜਿਨ੍ਹਾਂ ਸਾਡੇ ਤੇ ਆਸਾਨ ਕੀਤਾ ਹੈ, ਇਹ ਨਾ ਕਰਨੇ ਇਸ ਤਰ੍ਹਾਂ ਇਹ ਜ਼ਾਤੀ ਕਰਦੇ ਨੇ ਪਏ। ਔਰ ਟੂਲ ਪਲਾਜ਼ਾ ਮਾਫ ਕੀਤਾ ਜਾਏ, ਚਲੋ ਅਸੀਂ ਆਪਣੇ ਬੱਚਿਆਂ ਦੀ ਰੋਜ਼ੀ ਰੋਟੀ ਜਿਵੇਂ ਵੀ ਚੱਲਦੀ ਏ ਚਲਾਉਣ ਨੂੰ ਤਿਆਰ ਹਾਂ। ਬਾਕੀ ਅੱਗੇ ਹੀ ਬੜੇ ਜ਼ੁਲਮ ਹੋਣ ਡੇ ਨੇ ਗਰੀਬ ਆਮ ਤੇ ਇਹ ਸਾਰੀ ਦਿਹਾੜੀਆਂ ਵੇਖੋ, ਇਹ ਸਾਡੇ ਕੋਲ ਭੋਲੇ ਬਾਦਸ਼ਾਹ ਨੇ ਬੈਠੇ, ਇਹ ਵੀ ਕਿਵੇਂ ਬੈਠਾ ਹੈ, ਇਹਨੂੰ ਅੱਜ ਕੁਝ ਵੀ ਨਹੀਂ ਬਚਿਆ। ਇਹ ਅੱਜ ਤੇ ਬਿੱਲ ਕਿਰਾਇਆ ਸਾਰੇ ਕਿਰਾਏ ਤੇ ਆ, ਜਿਹੜਾ 1000 ਰੁਪਇਆ ਮਾਲਕ ਕਿਰਾਇਆ ਲੈਂਦਾ ਗੱਡੀ ਦਾ, 1000 ਰੁਪਇਆ ਕਿਰਾਏ ਤੇ ਜਿਹੜਾ ਰਸ਼ਕਾ ਚਲਾ ਰਿਹਾ ਉਹ ਵਿਚਾਰਾ ਛੱਡਣ ਨੂੰ ਵੀ ਤਿਆਰ ਹੈ, ਔਰ ਛੱਡ ਕੇ ਉਹ ਜਾਏ ਵੀ ਕਿਤੇ, ਉਹਦੇ ਤੇ ਦਿਹਾੜੀਆਂ ਚੜ ਜਾਣ ਮਾਲਕ ਜਿਹੜੇ ਨੇ ਉਹ ਵੱਖਰੀਆਂ ਗੱਲਾਂ ਕਰਦੇ ਨੇ। ਔਰ ਮੈਂ ਵੀ ਕਿਰਾਏ ਦੀ ਗੱਡੀ ਚਲਾਉਂਦਾ, ਸਾਰਿਆਂ ਬੰਦਿਆਂ ਨੂੰ ਪਤਾ ਹੈ, ਅਸੀਂ ਵੀ ਰੈਂਟ ਤੇ ਗੱਡੀ ਚਲਾਉਂਦੇ, ਆਪਣੀ ਨਹੀਂ ਹੈ। ਤੇ ਬਿਮਾਰ ਬੰਦੇ ਹੋਣ ਦੇ ਬਾਵਜੂਦ ਵੀ ਚਲੋ ਗੱਡੀ ਚਲਾਉਣ ਦੇ ਹੱਕ 'ਚ ਹੀ ਹੈ ਵਾਂ ਕਿ ਗੱਡੀ ਥੋੜ੍ਹਾ ਬਹੁਤਾ ਚਲਾ ਕੇ ਬੱਚਿਆਂ ਦਾ ਗੁਜ਼ਾਰਾ ਕਰ ਲਈਦਾ। ਇਹ ਮਿਹਰਬਾਨੀ ਸ਼ੌਕਤ ਕਰਨ। ਬਾਕੀ ਇੱਥੋਂ ਦਾ ਨਿਜ਼ਾਮ ਸਾਡਾ ਠੀਕ ਹੈ, ਟੂਲ ਪਲਾਜ਼ਾ ਸਾਨੂੰ ਮਾਫ ਕੀਤਾ ਜਾਏ, ਫਿਰ ਵੀ ਇਹ ਜਿਹੜਾ ਨਾ ਦਰਗੁਜ਼ਰ ਕਰਨਗੇ, 5-6 ਫੇਰੇ ਲੱਗਣਗੇ, 500-600 ਉਧਰ ਹੀ ਚਲਾ ਜਾਂਦਾ ਤੇ ਸਾਨੂੰ ਤੇ ਉਹ ਕੁਝ ਵੀ ਨਹੀਂ ਬਚਦਾ। ਇਹ ਮਿਹਰਬਾਨੀ ਕੀਤੀ ਜਾਏ, ਸਾਡੇ ਤੇ ਸ਼ੌਕਤ ਕਰੋ, ਇਸ ਲਈ ਤੁਹਾਡੇ ਅੱਗੇ ਦਰਖਾਸਤ ਕੀਤੀ, ਹੋਰ ਸਾਨੂੰ ਕੋਈ नहीं। तो जैसा कि नाज़रीन आप लोगों ने देखा, यहाँ पर आवाम इस कदर परेशान है, इस कदर उन पर टैक्सेस वगैरह लगाए जा रहे हैं। लोग पहले ही बिजली, गैस और दूसरी चीज़ों से महंगाई से तंग आकर इस कदर परेशानी में आकर ख़ुदकुशियाँ कर रहे हैं, और ऊपर से इन पर इजाफी टैक्सेस ये लगाए जा रहे हैं, तो फिर आवाम किस तरह अपना गुजर बसर करेगी। लिहाजा हमारी हुकूमत पाकिस्तान और हुकूमत पंजाब से ये दरख्वास्त है कि उनके ये टैक्सेस वगैरह ख़त्म किए जाएँ। जो भी ये सड़क बनवाई है, अगर इस पर यही उन्होंने टैक्सेस लागू करने हैं, तो आवाम का कहना है कि ये सड़क दोबारा से उखाड़ दी जाए। तो इसी के साथ मुझे और मेरी टीम को दीजिए इजाज़त। अल्लाह हाफ़िज़।